हाँ जी स्टूडेंट्स, स्वागत है ਤੁਹਾਡਾ ਫਿਜ਼ਿਕਸ ਦੀ ਕਲਾਸ 'ਚ। ਅੱਜ ਆਪਾਂ ਪੜ੍ਹਨ ਲੱਗੇ ਹਾਂ ਟੈਲੀਸਕੋਪ ਦੇ ਬਾਰੇ। ਸੋ ਦੇਖੋ ਟੈਲੀਸਕੋਪ ਦੋ ਤਰ੍ਹਾਂ ਦੇ ਹੈ, ਰੀਫਰੈਕਟਿੰਗ ਟਾਈਪ ਤੇ ਰਿਫਲੈਕਟਿੰਗ ਟਾਈਪ। ਠੀਕ ਹੈ, ਰਿਫਰੈਕਟਿੰਗ ਟਾਈਪ ਆਪਾਂ ਜਿਹੜਾ ਡਿਸਕਸ ਕਰਨ ਲੱਗੇ ਹਾਂ ਉਹਦੇ ਵਿੱਚ ਦੋ ਟਾਈਪਸ ਨੇ, ਐਸਟਰੋਨੋਮੀਕਲ ਟੈਲੀਸਕੋਪ ਤੇ ਟੈਰੇਸਟਰੀਅਲ ਟੈਲੀਸਕੋਪ। ਐਸਟਰੋਨੋਮੀਕਲ ਟੈਲੀਸਕੋਪ ਜਿਹੜੇ ਹੈ ਉਹ ਦੂਰ ਦਰਾਡੇ ਦੀਆਂ ਚੀਜ਼ਾਂ ਦੇਖਣ, ਜਿਵੇਂ ਚੰਦਰਮਾ, ਠੀਕ ਹੈ ਨਾ, ਮੂਨ, ਸਟਾਰਸ ਔਰ ਪਲੈਨਟਸ ਨੂੰ ਆਪਾਂ ਦੇਖਣ ਲਈ ਐਸਟਰੋਨੋਮੀਕਲ ਟੈਲੀਸਕੋਪ ਦੀ ਯੂਜ਼ ਕਰਦੇ ਹਾਂ। ਤੇ ਟੈਰੇਸਟਰੀਅਲ ਸ਼ਬਦ ਦਾ ਮਤਲਬ ਕੀ ਹੈ ਕਿ ਭੂਗੋਲਿਕ ਜਾਂ ਕਿਸੇ ਲੋਕਲ ਪਲੇਸ ਨਾਲ ਰਿਲੇਟਡ ਜਿਹੜਾ ਹੈ। ਟੈਰੇਸਟਰੀਅਲ ਦਾ ਮਤਲਬ ਹੋ ਗਿਆ ਕਿ ਆਪਾਂ ਦੂਰ ਦੇ ਵ੍ਰਿਕਸ਼ ਜਾਂ ਬਿਲਡਿੰਗਸ ਵਗੈਰਾ, ਠੀਕ ਹੈ ਨਾ, ਟਰੀਜ਼ ਔਰ ਬਿਲਡਿੰਗਸ ਨੂੰ ਦੇਖਣ ਲਈ ਜਿਹੜਾ ਟੈਲੀਸਕੋਪ ਯੂਜ਼ ਕਰਦੇ ਉਹਨੂੰ ਟੈਰੇਸਟਰੀਅਲ ਕਹਿ ਦਿੰਦੇ ਆ। ਠੀਕ ਹੈ, ਸੋ ਪਹਿਲੇ ਆਪਾਂ ਐਸਟਰੋਨੋਮੀਕਲ ਟੈਲੀਸਕੋਪ ਦੀ ਗੱਲ ਕਰਾਂਗੇ। ਐਸਟਰੋਨੋਮੀਕਲ ਟੈਲੀਸਕੋਪ ਦੇ ਵਿੱਚ ਦੇਖੋ ਕੀ ਹੈ, ਜਿਵੇਂ ਆ ਤੁਸੀਂ ਇਮੇਜ ਦੇਖ ਰਹੇ ਜੇ, ਡਾਇਗਰਾਮ ਜਿਹੜੀ ਬਣੀ ਹੈ। ਸੋ ਡਾਇਗਰਾਮ ਦੇ ਵਿੱਚ ਆਬਜੈਕਟ ਜਿਹੜਾ ਉਹ ਕਾਫੀ ਦੂਰ ਹੁੰਦਾ। ਠੀਕ ਹੈ, ਮੰਨ ਲਓ ਜੇ ਆਪਾਂ ਕੋਈ ਪਲੈਨਟ ਦੇਖ ਰਹੇ ਹਾਂ, ਜਿਵੇਂ ਵੀਨਸ ਹੈ। ਠੀਕ ਹੈ, ਸੋ ਪਲੈਨਟ ਨੂੰ ਦੇਖਣਾ ਤੇ ਇਹਦੇ 'ਚ ਦੇਖੋ ਟੈਲੀਸਕੋਪ ਦੇ ਵਿੱਚ ਇੱਕ ਆਬਜੈਕਟਿਵ ਹੈ ਤੇ ਇੱਕ ਆਈ ਪੀਸ ਹੈ। ਜਿਵੇਂ ਆਪਾਂ ਕੰਪਾਊਂਡ ਮਾਈਕਰੋਸਕੋਪ 'ਚ ਪੜ੍ਹਿਆ ਸੀਗਾ, ਉੱਥੇ ਆਬਜੈਕਟਿਵ ਤੇ ਆਈਪੀਸ ਸੀ, ਪਰ ਉਹ ਉਹਦੇ 'ਚ ਕੀ ਸੀ, ਆਬਜੈਕਟਿਵ ਛੋਟਾ ਸੀ, ਆਈਪੀਸ ਵੱਡਾ ਸੀ। ਇਹਦੇ 'ਚ ਉਲਟਾ ਹੈ, ਇਹਦੇ 'ਚ ਆਬਜੈਕਟਿਵ ਜਿਹੜਾ ਵੱਡਾ ਲੈਂਸ ਹੈ ਤੇ ਆਈਪੀਸ ਛੋਟਾ ਲੈਂਸ ਹੈ। ਮਤਲਬ ਲਾਰਜਰ ਅਪਰਚਰ ਦਾ ਆਬਜੈਕਟਿਵ ਹੈ ਤੇ ਲਾਰਜਰ ਫੋਕਲ ਲੈਂਥ ਦਾ ਲੈਂਸ ਜਿਹੜਾ ਆਬਜੈਕਟਿਵ ਹੈ, ਤੇ ਸਮਾਲਰ ਅਪਰਚਰ ਐਂਡ ਸਮਾਲਰ ਫੋਕਲ ਲੈਂਥ ਦਾ ਲੈਂਸ ਜਿਹੜਾ ਉਹ ਆਈਪੀਸ ਹੈ। ਹੁਣ ਦੇਖੋ ਜਿਹੜੇ ਕਾਫੀ ਡਿਸਟੈਂਸ ਆਬਜੈਕਟ ਜਿਹੜਾ ਉਹਦੇ ਤੋਂ ਰੇਜ਼ ਆ ਰਹੀਆਂ ਨੇ, ਸੋ ਰੇਜ਼ ਜਿਹੜੀਆਂ ਨੇ ਉਹ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਨਹੀਂ ਆ ਰਹੀਆਂ, ਕਿਸੇ ਐਂਗਲ ਤੇ ਆ ਰਹੀਆਂ ਨੇ, ਅਲਫਾ ਐਂਗਲ ਹੈ। ਠੀਕ ਹੈ, ਹੁਣ ਦੇਖੋ ਜਿਹੜੀ ਇਮੇਜ ਫਾਰਮੇਸ਼ਨ ਹੋਏਗੀ ਉਹ ਫੋਕਲ ਪਲੇਨ ਤੇ ਇਮੇਜ ਫਾਰਮੇਸ਼ਨ ਹੋਏਗੀ, ਕਿਉਂਕਿ ਪੈਰਲਲ ਲਾਈਨਸ ਆ ਰਹੀਆਂ ਨੇ। ਪੈਰਲਲ ਰੇਜ਼ ਜਿਹੜੀਆਂ ਇਹ ਅਨਡਿਵੀਏਟਡ ਜਾਏਗੀ ਜਿਹੜੀ C1 ਚੋਂ, ਤੇ ਜਿਹੜੀ ਇਧਰੋਂ ਆਈ ਹੈ ਉਹਨੇ ਫੋਕਲ ਪਲੇਨ ਤੇ ਆ ਕੇ ਇਹਦੇ ਨਾਲ ਮਿਲ ਜਾਣਾ। ਸੋ ਆਹ ਪੁਆਇੰਟ ਜਿਹੜਾ ਹੈ FO ਦਾ ਮਤਲਬ ਹੈ ਆਬਜੈਕਟਿਵ ਦਾ ਫੋਕਸ ਤੋਂ ਆਹ ਦੂਰੀ ਜਿਹੜੀ ਹੈ FO ਤੇ ਹੀ ਆਪਣੀ ਇਮੇਜ ਫਾਰਮੇਸ਼ਨ ਹੋਣੀ ਹੈ ਫਸਟ। ਠੀਕ ਹੈ, ਸੋ ਜਿੱਥੇ ਇਮੇਜ ਫਾਰਮੇਸ਼ਨ ਹੋਏਗੀ ਇਹਦੇ ਨਾਲ ਉਹ ਐਂਗਲ ਆਪਾਂ ਅਲਫਾ ਲਿਖਤਾ। ਠੀਕ ਹੈ, ਆਹ ਐਂਗਲ ਅਲਫਾ ਲਿਖਤਾ, ਮਤਲਬ ਅਲਫਾ ਇਜ਼ ਦਾ ਐਂਗਲ ਮੇਡ ਬਾय ਦਾ ਇਮੇਜ ਵਿਦ ਦਾ ਆਬਜੈਕਟਿਵ। ਠੀਕ ਹੈ, ਉਸੇ ਤਰ੍ਹਾਂ ਹੁਣ ਦੇਖੋ ਇਹਦੀ ਐਡਜਸਟਮੈਂਟ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਇਹ ਆਈਪੀਸ ਦਾ ਜਿਹੜਾ ਫੋਕਸ ਹੈ, ਠੀਕ ਹੈ ਨਾ, ਫੋਕਲ ਲੈਂਥ ਤੇ ਇਹਦੇ C2 ਦੇ ਵਿੱਚ ਆ ਜਾਵੇ। ਠੀਕ ਹੈ, ਸੋ C2 ਤੇ FE ਦੇ ਵਿੱਚ ਜਿਹੜੀ ਇਮੇਜ ਹੈ ਇਹਦੇ ਕਰਕੇ ਬਣੀ ਉਹ ਆ ਜਾਵੇ, ਇਨਵਰਟਡ ਇਮੇਜ ਬਣੀ ਹੈ। ਠੀਕ ਹੈ, ਸੋ ਇਹ ਹੁਣ ਦੇਖੋ ਆਪਾਂ ਇਹਨਾਂ ਦੋਨਾਂ ਦੇ ਵਿੱਚ ਐਡਜਸਟ ਕਰਤੀ, ਤੇ ਇਹਦੇ ਨਾਲ ਦੇਖੋ ਆਹ ਰੇ ਜਿਹੜੀ ਹੈ ਉਹ ਪੈਰਲਲ ਰੇ ਆਈ, ਇਹਦੇ ਫੋਕਸ ਚੋਂ ਲੰਘੀ, ਜਿਹੜੀ ਅਨਡਿਵੀਏਟਡ ਜਾਏਗੀ ਉਹ C2 ਵਿੱਚੋਂ ਲੰਘੇਗੀ। ਠੀਕ ਹੈ, ਉਹਨੂੰ ਓਪੋਜ਼ਿਟ ਡਾਇਰੈਕਸ਼ਨ 'ਚ ਪ੍ਰੋਡਿਊਸ ਕੀਤਾ ਆਪਾਂ, ਤੇ ਆਪਣੇ ਕੋਲ A ਡਬਲ ਡੈਸ਼ B ਡਬਲ ਡੈਸ਼ ਇੱਥੇ ਇਮੇਜ ਫਾਰਮੇਸ਼ਨ ਹੋਈ। ਠੀਕ ਹੈ, ਕਿਉਂਕਿ ਆਬਜੈਕਟ AB ਬਹੁਤ ਦੂਰ ਹੈ ਤਾਂ ਕਰਕੇ ਇਮੇਜ ਜਿਹੜੀ A ਡੈਸ਼ B ਡੈਸ਼ ਲਿਖੀ ਪਹਿਲੀ, ਇਹ ਇਮੇਜ ਆਬਜੈਕਟ ਦਾ ਕੰਮ ਕਰੇਗੀ ਇਹਦੇ ਲਈ। ਸੋ ਇਹਦੇ ਨਾਲ ਫਾਈਨਲ ਇਮੇਜ ਜਿਹੜੀ ਹੈ ਉਹ A ਡਬਲ ਡੈਸ਼ B ਡਬਲ ਡੈਸ਼ ਇੱਥੇ ਬਣੀ, ਤੇ ਕਿਉਂਕਿ ਇਹ ਇਮੇਜ ਇਹਦੀ ਕਰਕੇ ਬਣੀ ਹੈ, ਸੋ ਇਹਦੀ ਇਮੇਜ ਤੋਂ ਜਿਹੜਾ ਐਂਗਲ ਬਣ ਰਿਹਾ ਹੈ ਉਹਨੂੰ ਆਪਾਂ ਬੀਟਾ ਲਿਖਾਂਗੇ। ਠੀਕ ਹੈ, ਇਹ ਐਂਗਲ ਬੀਟਾ। ਠੀਕ ਹੈ, ਸੋ ਆਹ ਇਮੇਜ ਇਹਦੀ ਹੈ, ਸੋ ਇਹਦੇ ਨਾਲ ਜਿਹੜਾ ਐਂਗਲ ਬਣਾ ਰਹੀ ਹੈ ਇੱਥੇ ਆਹ ਇਮੇਜ ਉਹ ਅਲਫਾ, ਆਹ ਵਾਲੀ ਇਮੇਜ ਇਹਦੇ ਕਰਕੇ ਬਣੀ ਹੈ, ਸੋ ਇਹ ਫਾਈਨਲ ਇਮੇਜ ਹੈ, ਇਹ ਐਂਗਲ ਬੀਟਾ। ਠੀਕ ਹੈ, ਸੋ ਹੁਣ ਇਹਦੀ ਮੈਗਨੀਫਿਕੇਸ਼ਨ ਦੇਖਾਂਗੇ ਆਪਾਂ। ਸੋ ਇਹਦੀ ਮੈਗਨੀਫਿਕੇਸ਼ਨ ਪਾਵਰ MP ਕੀ ਹੋ ਜਾਏਗੀ, ਬੀਟਾ ਓਵਰ ਅਲਫਾ। ਠੀਕ ਹੈ, ਸੋ ਬੀਟਾ ਓਵਰ ਅਲਫਾ ਦੀ ਵੈਲਿਊ ਆਪਾਂ ਕੱਢਣੀ। ਹੁਣ ਦੇਖੋ ਬੀਟਾ ਕੀ ਇੱਥੇ ਬਣ ਰਿਹਾ, ਇੱਥੇ ਆਪਣੇ ਕੋਲ ਬੀਟਾ ਬਣ ਰਿਹਾ ਹੈ A ਡਬਲ ਡੈਸ਼ B ਡਬਲ ਡੈਸ਼, ਜਾਂ ਇਹਦੇ ਦੇਖੋ ਬੀਟਾ ਆ ਐਂਗਲ ਵੀ ਹੈ, ਆ ਦੇਖੋ ਆ ਟ੍ਰਾਇੰਗਲ ਬਣ ਰਹੀ ਹੈ A ਡੈਸ਼ B ਡੈਸ਼ ਓਵਰ A ਡੈਸ਼ C2, A ਡੈਸ਼ B ਡੈਸ਼ ਓਵਰ A ਡੈਸ਼ C2 ਵੀ ਬਣ ਰਿਹਾ। ਤੇ ਅਲਫਾ ਦੀ ਵੈਲਿਊ ਕੀ ਆ ਰਹੀ ਦੇਖੋ, ਅਲਫਾ ਆ ਟ੍ਰਾਇੰਗਲ ਹੈ। ਠੀਕ ਹੈ, ਸੋ A ਡੈਸ਼ B ਡੈਸ਼ ਓਵਰ C1 A ਡੈਸ਼। ਠੀਕ ਹੈ, A ਡੈਸ਼ B ਡੈਸ਼ ਓਵਰ C1 A ਡੈਸ਼, ਜਾਂ A ਡੈਸ਼ C1 ਲਿਖ ਦਈਏ ਜਿਵੇਂ ਇਹਨੂੰ ਲਿਖਿਆ A ਡੈਸ਼ C1। ਠੀਕ ਹੈ, ਇਹਨੂੰ ਆਪਾਂ ਡਿਵਾਈਡ ਕਰ ਦਈਏ ਤੇ ਮੈਗਨੀਫਾਈਂਗ ਪਾਵਰ ਜਿਹੜੀ ਹੈ ਉਹ ਕਿੰਨੀ ਆ ਜਾਏਗੀ, A ਡੈਸ਼ B ਡੈਸ਼ ਓਵਰ A ਡੈਸ਼ C2 ਡਿਵਾਈਡ ਬਾਈ A ਡੈਸ਼ B ਡੈਸ਼ ਓਵਰ
ए डैश C1। सो ये बन जाएगी, आ देखो इन्हों के डिनोमीनेटर्स, इन्हों के न्यूमीनेटर्स कट्टे जाने हैं, तो आ चीज़ उपर चले जाएगी, आ थले रह जानी है। ठीक है ना, देखो ए डैश बी डैश ओवर ए डैश C2 इंटू ए डैश C1 ओवर ए डैश बी डैश। ठीक है ना, इनू आप मल्टीप्लाई करता रेसिप्रोकल करके। सो अपने को आ चीज़ कट्टी जानी है, तो अपने को मैगनीफाइंग पावर जी है वो आ गई ए डैश C1 ओवर ए डैश C2। ठीक है, सो ये वैल्यू अपने को मैगनीफाइंग पावर की आ गई। हाँ देखो इस डायग्राम देखो हम तुम ए डैश C1 की है, ए डैश C1 आ दूरी है। सो ए दूरी की है, फोकल प्लेन बन रहा थे, सो FO होगी। ठीक है, ए डैश C1 FO होगी, तो इनकी डायरेक्शन भी इस पासे है, तो करके पॉजिटिव है। सो मैगनीफाइंग पावर कितनी आ गई, FO फोकल लेंथ ऑफ द ऑब्जेक्टिव डिवाइडेड बाय ए डैश C2। देखो ए डैश C2 ये आ दूरी है जिथे ऑब्जेक्ट पिया है इंदा, ये इमेज है इंदे लिए, पर ये ऑब्जेक्ट है इंदे लिए। सो ऑब्जेक्ट पिया, ऑब्जेक्ट की दूरी की होंगी UE, क्योंकि आई पीस है, आई पीस की दूरी UE होएगी, पर ओपोजिट डायरेक्शन च है जिधर रेज आ रही ने उन्हें, तो काम करके ये माइनस लिखांगे। सो माइनस UE लिख देंगे। ठीक है, हुण आपां क्योंकि फाइनल इमेज जी फॉर्मेशन हो रही है ये डिस्टिंक्ट विजन से हो रही है ना, तो डिस्टिंक्ट विजन से होने करके आपां हुण लैस फार्मूला यूज करके UE की वैल्यू कढ़ांगे तो मैगनीफाइंग पावर विच पुट करांगे। ठीक है ना, फॉर डिस्टिंक्ट विजन जिवें आ डायग्राम दे विच। ठीक है ना, सो -1 बाय U प्लस 1 बाय V इक्वल टू 1 बाय F फार्मूला यूज करांगे आपां। सो इत्थे ये आई पीस लिए यूज करांगे। ठीक है, सो -1 ओवर -UE प्लस 1 बाय V की वैल्यू देखो फाइनल इमेज बनी इत्थे, ये डिस्टिंक्ट विजन है। ठीक है, सो आ दूरी जी है ये D के बराबर हो जानी है 25 सेंटीमीटर। ठीक है, सो ये क्योंकि खब्बे पासे है, रेज इधर आ रही ने ओपोजिट डायरेक्शन है, करके -D लिखांगे, तो ये आ जाएगा FE। ठीक है, सो आ पॉजिटिव हो गया 1 ओवर UE -1 बाय D इक्वल टू 1 बाय FE हो गया। D इधर आके पॉजिटिव हो जाएगा, 1 ओवर UE इज इक्वल टू 1 बाय D प्लस 1 बाय FE हो गया। ठीक है, हम देखो इहदे च 1 बाय UE की वैल्यू की बन गई, आप 1 बाय FE कॉमन कढ़ दईए तो अपने को जी चीज़ कॉमन कढ़ी है, हम ध्यान नाल देखो आप आ चीज़ नूं बाहर लिखिया है, जो ये बाहर लिखिया है तो इनू आप उपर भी लिख दईए इत्थे FE ओवर D प्लस 1। देखो दोबारा देखो इनू मल्टीप्लाई करिए इत्थे FE कट्टिया जाएगा, 1 बाय D रह जाएगा, इत्थे मल्टीप्लाई करांगे 1 बाय FE आ जाएगा, आही चीज़ आ जाएगी। ठीक है, सो तां करके इस तरह आप लिख सकते हैं। हुण ये चीज़ तुसीं इत्थे पुट कर दो। ठीक है, नैगेटिव साइन है तो अपने को मैगनीफाइंग पावर कितनी बन गई -FO 1 बाय UE की वैल्यू की आ। ठीक है, सो इतने 1 बाय UE है, ये सच इस तरह ही पुट कर देंगे आप। सो इतने FE हो गया, नाल आ गया FE ओवर D प्लस 1। ठीक है, सो ये मैगनीफाइंग पावर आ गई जो फाइनल इमेज इज फाउंड एट द लीस्ट डिस्टेंस ऑफ डिस्टिंक्ट विजन। ठीक है, सो देखो इहदे जो प्रिंसीपल है, प्रिंसीपल भी वही है कि आप कहना पहले कहेंगे कि व्हेन द ऑब्जेक्ट इज ऑलमोस्ट एट इन्फिनिटी then the image is formed at the focal plane for the objective, and that image is adjusted, and eyepiece is adjusted in such a way that this image comes in between focus and the optical center. ठीक है, so the final image final inverted and enlarged image is formed at least distance of distinct vision। ठीक है, सो ये पहला अपना केस होएगा लीस्ट डिस्टेंस ऑफ डिस्टिंक्ट विजन वाला, जिहदे च मैगनीफाइंग पावर इन्नी आ गई अपनी।
ਹੁਣ ਆਪਾਂ ਗੱਲ ਕਰਾਂਗੇ ਨੋਰਮਲ ਵਿਜ਼ਨ ਵਾਲੇ ਦੀ। ਨੋਰਮਲ ਵਿਜ਼ਨ ਦਾ ਮਤਲਬ ਹੁੰਦਾ ਹੈ ਕਿ ਫਾਈਨਲ ਇਮੇਜ ਜਦੋਂ ਇਨਫਿਨਿਟੀ ਤੇ ਬਣਦੀ ਹੈ, ਠੀਕ ਹੈ। ਹੁਣ ਦੇਖੋ ਇੱਥੇ ਲੈਂਥ ਆਫ ਦਾ ਟੈਲੀਸਕੋਪ ਦੀ ਵੀ ਗੱਲ ਕਰ ਸਕਦੇ ਆਪਾਂ। ਜੋ ਲੈਂਸਿਸ ਵਿਚਲੀ ਦੂਰੀ ਹੁੰਦੀ ਨਾ ਉਹਨੂੰ ਕਹਿੰਦੇ ਲੈਂਥ ਆਫ ਦਾ ਟੈਲੀਸਕੋਪ। ਇੱਥੇ ਦੇਖੋ FO ਪਲੱਸ ਆ ਦੂਰੀ ਜਿਹੜੀ ਹੈ, ਆ ਦੂਰੀ ਕੀ ਹੈ UE, ਠੀਕ ਹੈ ਨਾ। ਸੋ ਲੈਂਥ ਆਫ ਦਾ ਟੈਲੀਸਕੋਪ ਜਿਹੜੀ ਹੈ ਉਹ FO ਪਲੱਸ UE ਹੈ। UE ਦੀ ਵੈਲਿਊ ਆਪਾਂ ਇੱਥੋਂ ਕੈਲਕੂਲੇਟ ਕਰ ਸਕਦੇ ਆ ਇਕੁਏਸ਼ਨ ਤੋਂ, ਠੀਕ ਹੈ। ਸੋ ਇੱਥੇ ਦੇਖੋ 1/UE ਇਜ਼ ਇਕੁਅਲ ਟੂ, ਇਹਨੂੰ ਐਲਸੀਐਮ ਲੈ ਲਈਏ DFE, ਤੇ ਇੱਥੇ FE ਆ ਜਾਏਗਾ ਪਲੱਸ D ਆ ਜਾਏਗਾ, ਠੀਕ ਹੈ। ਇਹਨੂੰ ਰੈਸੀਪ੍ਰੋਕਲ ਕਰ ਲਾਂਗੇ, UE ਦੀ ਵੈਲਿਊ ਕੀ ਬਣ ਜਾਏਗੀ DFE ਡਿਵਾਈਡ ਬਾਈ D ਪਲੱਸ FE, ਠੀਕ ਹੈ। ਸੋ ਇਹ ਇੱਥੇ ਪੁੱਟ ਕਰ ਦਾਂਗੇ ਤੇ ਆਪਣੇ ਕੋਲ ਲੈਂਥ ਆਫ ਦਾ ਟਿਊਬ ਕੀ ਆ ਜਾਏਗੀ ਟੈਲੀਸਕੋਪ ਦੀ FO ਪਲੱਸ DFE ਓਵਰ D ਪਲੱਸ FE, ਠੀਕ ਹੈ। ਸੋ ਇਹ ਲੈਂਥ ਜਿਹੜੀ ਆ ਗਈ ਟੈਲੀਸਕੋਪ ਦੀ, ਠੀਕ ਹੈ, ਦ ਡਿਸਟੈਂਸ ਬਿਟਵੀਨ ਦ ਟੂ ਲੈਂਸਿਸ। ਹਾਂਜੀ ਦੇਖੋ ਹੁਣ ਆਪਾਂ ਇਹਦੀ ਐਡਜਸਟਮੈਂਟ ਇਸ ਤਰ੍ਹਾਂ ਕਰਤੀ ਆਈਪੀਸ ਦੀ ਕਿ ਇਹਦੇ ਫੋਕਸ ਤੇ ਜਿਹੜੀ ਇਮੇਜ ਬਣੀ ਇਹਦੇ ਕਰਕੇ ਉਹ ਆਵੇ ਤੇ ਫਾਈਨਲ ਇਮੇਜ ਇਨਫਿਨਿਟੀ ਤੇ ਬਣੇ, ਇਹਨੂੰ ਕਹਿੰਦੇ ਨੇ ਨੋਰਮਲ ਵਿਜ਼ਨ, ਠੀਕ ਹੈ। ਸੋ ਨੋਰਮਲ ਵਿਜ਼ਨ ਦੇ ਕੇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਦੇਖੋ FE ਜਿਹੜਾ ਹੈ ਫੋਕਲ ਲੈਂਥ ਦੀ ਆਈਪੀਸ ਦੀ ਉਹ UE ਦੇ ਬਰਾਬਰ ਹੋ ਜਾਏਗੀ, ਠੀਕ ਹੈ ਨਾ। FE UE ਦੇ ਬਰਾਬਰ ਹੋ ਜਾਏਗੀ। ਮੈਗਨੀਫਾਈਂਗ ਪਾਵਰ ਆਪਾਂ ਲਿਖੀ ਸੀਗੀ FO ਓਵਰ ਮਾਈਨਸ UE, ਠੀਕ ਹੈ। ਸੋ ਮੈਗਨੀਫਾਈਂਗ ਪਾਵਰ ਆਪਣੇ ਕੋਲ ਆ ਜਾਏਗੀ ਮਾਈਨਸ FO ਓਵਰ FE, ਠੀਕ ਹੈ। ਸੋ FO ਓਵਰ FE ਇਸ ਕੇਸ 'ਚ ਆ ਗਈ ਜਦੋਂ ਨੋਰਮਲ ਵਿਜ਼ਨ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ। ਸੋ ਲੀਸਟ ਡਿਸਟੈਂਸ ਡਿਸਟਿੰਕਟ ਵਿਜ਼ਨ ਆਪਾਂ ਕੈਲਕੂਲੇਟ ਕੀਤੀ ਸੀ ਉਹਨੇ, ਤੇ ਹੁਣ ਨੋਰਮਲ ਵਿਜ਼ਨ ਲਈ ਆਪਣੇ ਕੋਲ ਆਹ ਫਾਰਮੂਲਾ ਆ ਗਿਆ, ਠੀਕ ਹੈ। ਹੁਣ ਲੈਂਥ ਆਫ ਦਾ ਟਿਊਬ ਦੀ ਗੱਲ ਕਰੀਏ ਤੇ ਇੱਥੇ ਦੇਖੋ ਆਹ ਦੂਰੀ ਜਿਹੜੀ ਹੈ, ਆਹ ਦੂਰੀ ਇਹ ਇੱਥੋਂ ਲੈ ਕੇ ਇੱਥੇ ਤੱਕ ਦੂਰੀ ਜਿਹੜੀ ਹੈ ਇਹ ਹੈਗੀ ਹੈ FE, ਠੀਕ ਹੈ। ਭਾਵੇਂ ਖੱਬੇ ਪਾਸੇ ਆ ਉਹਦੇ, ਪਰ ਇਹਨੂੰ ਮੈਗਨੀਟਿਊਡ ਦਾ ਪੋਜ਼ਿਟਿਵ ਹੀ ਲੈਣਾ, ਨੈਗੇਟਿਵ ਨਹੀਂ ਲੈਣਾ ਜਦੋਂ ਆਪਾਂ ਲੈਂਥ ਆਫ ਦਾ ਟਿਊਬ ਲਿਖਾਂਗੇ। ਸੋ ਲੈਂਥ ਆਫ ਦਾ ਟਿਊਬ ਜਿਹੜਾ ਹੈ ਉਹ FO ਪਲੱਸ FE ਆਣਾ, ਠੀਕ ਹੈ। ਆਹ ਲੈਂਥ ਆਫ ਦਾ ਟਿਊਬ ਆ ਗਈ, ਠੀਕ ਹੈ। ਇਸ ਪਰਟੀਕੂਲਰ ਕੇਸ ਜਦੋਂ ਨੋਰਮਲ ਵਿਜ਼ਨ ਦੀ ਗੱਲ ਹੈ, ਠੀਕ ਹੈ। ਹਾਂਜੀ ਦੇਖੋ ਨੈਕਸਟ ਹੈਗਾ ਟੈਰੇਸਟਰੀਅਲ ਟੈਲੀਸਕੋਪ। ਟੈਰੇਸਟਰੀਅਲ ਟੈਲੀਸਕੋਪ ਦੇ ਵਿੱਚ ਦੇਖੋ ਕੀ ਹੈ, ਆਪਣੇ ਕੋਲ ਇੱਕ ਤੀਸਰਾ ਲੈਂਸ ਇੱਥੇ ਤੁਹਾਨੂੰ ਦਿਖ ਰਿਹਾ, ਇਹਨੂੰ ਕਹਿੰਦੇ ਨੇ ਇਰੈਕਟਿੰਗ ਲੈਂਸ। ਇਰੈਕਟਿੰਗ ਲੈਂਸ ਕਿਉਂ, ਦੇਖੋ ਜਿਹੜੀ ਆਬਜੈਕਟ ਤੋਂ ਰੇਜ਼ ਆ ਰਹੀਆਂ ਨੇ ਉਹ ਉਵੇਂ ਇਮੇਜ ਬਣਾ ਰਹੀਆਂ ਨੇ, ਠੀਕ ਹੈ ਨਾ। ਆਹ ਐਂਗਲ ਅਲਫਾ ਬਣ ਰਿਹਾ ਤੇ ਇਹ ਲੈਂਸ ਕੀ ਹੈ, ਇਹ ਲੈਂਸ ਐਸਾ ਹੈ ਕਿ ਜਿੰਦੇ 'ਚ ਆਹ ਜਿਹੜੀ ਇਮੇਜ ਬਣੀ ਹੈ ਜਿਹਨੂੰ ਆਪਾਂ A', B' ਕਹਿੰਦੇ ਆ, ਇਹ ਉਸ ਜਗ੍ਹਾ ਤੇ ਬਣਦੀ ਹੈ ਕਿ ਆਹ ਦੂਰੀ ਜਿਹੜੀ 2F ਦੇ ਬਰਾਬਰ ਹੋਵੇ। ਜਦੋਂ 2F ਤੇ ਆਬਜੈਕਟ ਪਿਆ ਹੋਵੇ ਤਾਂ 2F ਤੇ ਇਮੇਜ ਬਰਾਬਰ ਦੀ ਬਣਦੀ ਹੈ, ਇਹ ਆਪਾਂ ਕਰ ਚੁੱਕੇ ਹੈਗੇ, ਠੀਕ ਹੈ। ਸੋ ਆਹ ਦੂਰੀ ਜਿਹੜੀ ਹੈ ਇਰੈਕਟਿੰਗ ਲੈਂਸ ਦਾ ਟਵਾਈਸ ਆਫ ਦਾ ਫੋਕਲ ਲੈਂਥ ਹੈ ਤੇ ਆਹ ਟਵਾਈਸ ਆਫ ਦਾ ਫੋਕਲ ਲੈਂਥ ਤੇ ਇਮੇਜ ਜਿਹੜੀ ਬਣੇਗੀ। ਸੋ ਇਹ ਇਮੇਜ ਜਿਹੜੀ ਇਰੈਕਟ ਹੋ ਗਈ, ਹੁਣ ਇਰੈਕਟ ਹੋ ਗਈ ਮਤਲਬ ਸਿੱਧੀ ਹੋ ਗਈ। ਤੇ ਜਦੋਂ ਆਈਪੀਸ ਜਿਹੜਾ ਹੈ, ਆਈਪੀਸ ਤੋਂ ਆਪਾਂ ਜਿਵੇਂ ਇੱਥੇ ਨੋਰਮਲ ਵਿਜ਼ਨ ਦੀ ਆਪਾਂ ਬਣਾਈ ਹੈ ਡਾਇਗਰਾਮ ਕਿ ਇਹਨੂੰ ਆਪਾਂ ਇਹਦੇ ਫੋਕਸ ਤੇ ਲੈ ਲਿਆ ਤੇ ਆਪਾਂ ਨੂੰ ਇਨਫਿਨਿਟੀ ਦੇ ਫਾਈਨਲ ਇਮੇਜ ਫਾਰਮੇਸ਼ਨ ਹੋ ਗਈ, ਠੀਕ ਹੈ ਨਾ। ਇਸੇ ਤਰ੍ਹਾਂ ਆਪਾਂ ਇਹਨੂੰ ਫੋਕਸ ਤੇ ਇਹਦੇ ਵਿੱਚ ਲੈ ਲਈਏ ਤਾਂ ਇਹਦੀ ਇਮੇਜ ਜਿਹੜੀ ਹੈ ਇਰੈਕਟ ਇਮੇਜ ਇੱਥੇ ਫਾਰਮੇਸ਼ਨ ਹੋ ਜਾਏਗੀ, ਠੀਕ ਹੈ ਨਾ, ਦੂਸਰੇ ਕੇਸ 'ਚ। ਹੁਣ ਦੇਖੋ ਇਹਦੇ 'ਚ ਕੀ ਹੈ, ਸਿਰਫ ਇਰੈਕਟਿੰਗ ਲੈਂਸ ਨੇ ਕੀ ਕੀਤਾ ਹੈ, ਇਹਨੇ ਜਿਹੜੀ ਇਨਵਰਟਡ ਇਮੇਜ ਬਣ ਰਹੀ ਸੀਗੀ ਉਹਨੂੰ ਸਿੱਧਾ ਕਰਤਾ ਹੈ, ਬਾਕੀ ਇਹਦਾ ਹੋਰ ਕੋਈ ਰੋਲ ਨਹੀਂ ਹੈਗਾ। ਜੋ ਮੈਗਨੀਫਾਈਂਗ ਪਾਵਰ ਆਪਾਂ ਕੀਤੀ ਹੈ ਟੈਲੀਸਕੋਪ ਦੇ ਕੇਸ ਦੇ ਵਿੱਚ ਐਸਟਰੋਨੋਮਿਕਲ ਦੇ, ਉਸੇ ਤਰ੍ਹਾਂ ਦਾ ਰਿਜ਼ਲਟ ਹੀ ਇਹਦੇ ਵਿੱਚ ਆਉਂਦਾ ਹੈ ਟੈਰੇਸਟਰੀਅਲ ਦੇ ਕੇਸ 'ਚ, ਠੀਕ ਹੈ। ਬਸ ਇਹਦੇ 'ਚ ਕੀ ਹੈ, ਟਿਊਬ ਦੀ ਜਿਹੜੀ ਲੈਂਥ ਹੈ, ਲੈਂਥ ਕਿੰਨੇ ਬਰਾਬਰ ਹੋ ਜਾਂਦੀ, ਦੇਖੋ ਇਹਦਾ FO ਪਲੱਸ 4 ਦਿਸ, ਠੀਕ ਹੈ ਨਾ। 2F ਪਲੱਸ 2F ਇਹ ਜਿਹੜਾ ਐਡ ਹੋ ਜਾਂਦਾ ਇਹਦੇ ਵਿੱਚ। ਸੋ 2F 4F ਹੋ ਗਿਆ, F ਹੋ ਗਿਆ ਫੋਕਲ ਲੈਂਥ ਆਫ ਦਾ ਇਰੈਕਟਿੰਗ ਲੈਂਸ, ਠੀਕ ਨਾ। ਇਰੈਕਟਿੰਗ ਲੈਂਸ ਦੀ ਫੋਕਲ ਲੈਂਥ ਨੂੰ ਆਪਾਂ F ਨਾਲ ਲਿਖਿਆ ਤੇ ਆਈਪੀਸ ਦੀ ਫੋਕਲ ਲੈਂਥ ਫਿਰ FE ਲਿਖ ਦਾਂਗੇ, ਠੀਕ ਹੈ। ਸੋ ਲੈਂਥ ਆਫ ਦਾ ਟਿਊਬ ਜਿਹੜੀ ਹੈ ਉਹ FO ਪਲੱਸ 4F ਪਲੱਸ FE ਹੋ ਜਾਏਗੀ। ਬਸ ਆਹ ਫਰਕ ਪਏਗਾ, ਬਾਕੀ ਜਿਹੜੀ ਕੈਲਕੂਲੇਸ਼ਨ ਹੈ ਸਾਰੀ ਉਸ ਤਰ੍ਹਾਂ ਦੀ ਹੈ। ਸਿਰਫ ਇਹਦੇ 'ਚ ਕੀ ਹੈ, ਆਹ ਲੈਂਸ ਨੇ
ਉਹ ਇਮੇਜ ਨੂੰ ਸਿੱਧਾ ਕਰਤਾ, ਸਿੱਧਾ ਕਰਕੇ ਤੇ ਇਸ ਪਾਸੇ ਇਮੇਜ ਜਿਹੜੀ ਫੋਰਮੇਸ਼ਨ ਹੋਏਗੀ, ਕਿਉਂਕਿ ਆਪਾਂ ਟੈਰੇਸਟਰੀਅਲ ਟੈਲੀਸਕੋਪ 'ਚ ਕੀ ਚਾਹੁੰਦੇ ਆ ਕਿ ਆਪਾਂ ਟਰੀਜ਼ ਵਗੈਰਾ ਦੇਖਣੀ, ਬਿਲਡਿੰਗਸ ਦੇਖਣੀਆਂ, ਉਹਨਾਂ ਨੂੰ ਆਪਾਂ ਨੂੰ ਉਲਟਾ ਨਜ਼ਰ ਆਉਣਗੀਆਂ ਤੇ ਆਪਾਂ ਨੂੰ ਉਹ ਕਲੈਰਿਟੀ ਨਹੀਂ ਹੋਏਗੀ, ਠੀਕ ਹੈ ਨਾ। ਆਪਾਂ ਨੂੰ ਸਿੱਧੀ ਇਮੇਜ ਜਿਹੜੀ ਹੈ ਵੇਖਣੀ। ਤੇ ਐਸਟਰੋਨੋਮਿਕਲ ਦੇ ਵਿੱਚ ਕਿਉਂਕਿ ਜਿਹੜੇ ਆਪਾਂ ਦੂਰਗਾਮੀ ਆਬਜੈਕਟਸ ਦੇਖ ਰਹੇ ਸੀਗੇ, ਉਹ ਕਿਉਂਕਿ ਉਹ ਰਾਊਂਡ ਸ਼ੇਪ ਹੁੰਦੇ ਆ, ਉਹ ਸਿੱਧੇ ਵੀ ਨਜ਼ਰ ਆ ਜਾਣ, ਉਲਟੇ ਵੀ ਨਜ਼ਰ ਆ ਜਾਣ, ਤੇ ਆਪਾਂ ਨੂੰ ਉਹਦੇ 'ਚ ਕੋਈ ਖਾਸ ਫਰਕ ਨਹੀਂ ਪੈਂਦਾ, ਠੀਕ ਹੈ ਨਾ। ਤਾਂ ਕਰਕੇ ਐਸਟਰੋਨੋਮਿਕਲ ਟੈਲੀਸਕੋਪ ਦੇ ਵਿੱਚ ਆਪਾਂ ਉਹਦੇ 'ਚ ਉਹ ਇਨਵਰਟਡ ਇਮੇਜ ਹੀ ਆਪਾਂ ਫਾਈਨਲ ਦੇਖਦੇ ਸੀਗੇ, ਪਰ ਟੈਰੇਸਟਰੀਅਲ ਟੈਲੀਸਕੋਪ ਦੇ ਵਿੱਚ ਫਾਈਨਲ ਇਮੇਜ ਜਿਹੜੀ ਹੈ ਉਹ ਇਰੈਕਟ ਕਰਕੇ ਆਪਾਂ ਦੇਖਦੇ ਹਾਂ, ਠੀਕ ਹੈ ਨਾ, ਇਰੈਕਟਿੰਗ ਲੈਂਸ ਦੀ ਮਦਦ ਦੇ ਨਾਲ, ਠੀਕ ਹੈ। ਹੁਣ ਦੇਖੋ, ਇਰੈਕਟਿੰਗ ਲੈਂਸ ਦੇ ਕਾਰਨ ਦੀ ਫਾਈਨਲ ਇਮੇਜ ਦੀ ਇੰਟੈਂਸਿਟੀ ਇੱਕ ਤਾਂ ਘਟ ਜਾਏਗੀ, ਇੱਕ ਦੀ ਟਿਊਬ ਦੀ ਲੈਂਥ ਕਾਫੀ ਵੱਧ ਜਾਂਦੀ ਹੈ ਕੰਪੈरेटिवली ਦੇ ਐਸਟਰੋਨੋਮਿਕਲ ਟੈਲੀਸਕੋਪ ਦੇ, ਠੀਕ ਹੈ। ਇਹਦੇ ਡਰਾਬੈਕਸ ਹੈਗੇ ਆ। ਓਕੇ।